बिस्मिल्लाहिर्रहमानिर्रहीम अस्सलामुअलैकुम। कैसे हैं व्यूवर्स, मैं हूं आपका दोस्त उमर यूसुफ और आप देख रहे हैं फार्मिंग बिजनेस इन्फो। अब मैं आप सबको फार्मिंग बिजनेस इन्फो में सबसे पहले तो खुश आमदीद कहता हूं। आज हम आपके लिए लेके आए हैं बफलो फार्मिंग के बारे में एक वीडियो। तो आज की वीडियो देखिएगा और बताइएगा आज की वीडियो आपको कैसी लगी। आज हम एक डेयरी फार्म पे मौजूद हैं जिनके पास माशाल्लाह जानवर तो तकरीबन 15 से 20 जानवर हैं, लेकिन इन्होंने जो सिस्टम बनाया हुआ वो बहुत ही कमाल का है। इनका आप देख सकते हैं कि इनकी सफाई सुथराई हर चीज़ के बारे में आप देख सकते हैं। इन्होंने शेड माशाल्लाह प्रॉपर बनाया हुआ है ये 15-20 जानवरों के लिए। तो आज हम इन भाइयों का इंटरव्यू करेंगे। तो आज तक हमने इससे पहले जो वीडियो बनाई है हमने नहीं देखा किसी ने सब्ज़ चारा इस वक्त इस्तेमाल करवा रहा है। तो आप देख सकते हैं वीडियो में इस वक्त सब्ज़ चारा ना होने का बावजूद भी ये सब्ज़ चारा अपने जानवरों को इस्तेमाल करवा रहे हैं। तो चले आइए आज इनसे जानते हैं कि ये सब्ज़ चारा क्यों इस वक्त इस्तेमाल करवा रहे हैं और कितने में पड़ रहा है इनको। तो आज की वीडियो स्टार्ट करने से पहले मैं आपको एक बात कहना चाहूँगा, अगर आज की हमारी मेहनत आपको पसंद आए तो इसको लाइक कीजिएगा, सब्सक्राइब कीजिएगा और दोस्तों के साथ शेयर करना ना भूलिएगा। तो वीडियो एंड तक देखिएगा। तो उम्मीद करता हूँ आपके सारे सवालात के जवाबात क्लियर होंगे। तो इंशाल्लाह ये आप देख सकते हैं इन्होंने कमाद भी इस्तेमाल करवाया हुआ है जो कि इस वक्त बहुत महंगा है। तो चले आइए आज की वीडियो स्टार्ट करते हैं और आपके साथ मालूमात शेयर करते हैं इनकी नस्लों के बारे में, इनकी खुराक के बारे में और ये कितने जानवर हैं इनके पास और रेट क्या है इनका। तो आज की वीडियो स्टार्ट करते हैं। तो हमारा इंटरव्यू एंड तक देखिएगा तो आपके सारे सवालात क्लियर हो जाएंगे। चले आइए भाई का इंटरव्यू करते हैं। भाई जन की हाल है? अल्लाह दा करम। सब तो पहले अपना ते अपने इलाके का नाम दस दियो। मेरा नाम ज़ाहिद अली है ते ਅਸੀਂ ਖਰੋਲੀਆਂ ਦੇ ਰਹਿਣ ਵਾਲੇ ਹਾਂ। ਜ਼ਾਹ ਸਾਹਿਬ ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ ਪਏ? ਅਸੀਂ ਗੁੱਜਰ ਬਰਾਦਰ ਹਾਂ, ਕੰਮ ਸ਼ੁਰੂ ਤੋਂ ਜਾਨਵਰਾਂ ਨਾਲ ਕਰਨੇ ਹਾਂ। ਮਾਸ਼ਾਅੱਲਾ, ਤੁਹਾਨੂੰ ਕਿੰਨੀ ਦੇਰ ਹੋ ਗਈ ਹੈ? ਸਾਨੂੰ ਤਕਰੀਬਨ ਅਸੀਂ ਜਿਸ ਤਰ੍ਹਾਂ ਹੋਸ਼ ਸੰਭਾਲੀਏ ਕੰਮ ਕਰਨੇ ਆ। ਕੋਈ 20-25 ਸਾਲ ਦਾ ਤਜਰਬਾ ਹੈ ਵੇ? 20-25 ਸਾਲ ਦਾ ਤਾਂ ਨਹੀਂ ਹੈ ਮਗਰ ਕੋਈ 10-15 ਸਾਲ ਦਾ ਤੇ ਹੈ। ਠੀਕ ਹੈ, ਤੇ 10-15 ਸਾਲ ਦਾ ਤਜਰਬਾ ਤੁਹਾਡਾ ਕਿਹਦਾ ਰਿਹਾ ਹੈ? ਮਾਸ਼ਾਅੱਲਾ ਬਹੁਤ ਅੱਛਾ ਹੈ। ਤੇ ਇਸ ਟਾਈਮ ਕਿਹੜੀ ਨਸਲ ਦੀਆਂ ਮੱਝਾਂ ਰੱਖੀਆਂ ਜੇ? ਮੁxtਲਿਫ ਨਸਲਾਂ ਨੇ, ਵੈਸੇ ਅੱਛੇ ਨੇ ਜਾਨਵਰ ਸਾਰੇ। ਅੱਛਾ ਜੀ। ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਫਾਰਮ ਤੇ ਜਿਹੜੀ ਮੈਂ ਕਿੰਨਾ ਦੁੱਧ ਦੇ ਰਹੀ ਹੈ? ਜ਼ਿਆਦਾ ਤੋਂ ਜ਼ਿਆਦਾ 16 ਕਿਲੋ ਦੇ ਰਹੀ। ਉਹ ਕਿਹੜੀ ਨਸਲ ਦੀ ਹੈ? ਉਹ ਨੀਲੀ ਰਾਵੀ ਦੀ ਮੱਝ ਹੈ। ਨੀਲੀ ਰਾਵੀ ਦੀ ਮੈਂ ਜ਼ਿਆਦਾ ਦੁੱਧ ਦਿੰਦੀ ਹੈ? ਹਾਂਜੀ। ਤੇ ਕਿਹੜੇ ਇਲਾਕੇ ਚੋਂ ਮੱਝਾਂ ਖਰੀਦੀਆਂ ਜੇ? ਇਲਾਕੇ ਆਪਣੇ ਦੇ ਵਿੱਚੋਂ ਜ਼ਿਆਦਾ ਲਈਆਂ ਨੇ, ਉਧਰੋਂ ਵੀ ਮੰਗਵਾਈਆਂ ਨੇ। ਇਹ ਚੰਗੀ ਮੈਂ ਕਿਹੜੇ ਇਲਾਕੇ ਚੋਂ ਮਿਲਦੀ ਹੈ ਤੁਹਾਨੂੰ, ਆਪਣੇ ਇਲਾਕੇ ਚੋਂ ਜਾਂ ਦੂਸਰੇ ਇਲਾਕੇ ਚੋਂ? ਨੀਲੀ ਚੋਂ ਮਿਲਦੀ ਹੈ ਜਾਂ ਲੁੱਡਨ ਚੋਂ ਮਿਲਦੀ ਹੈ ਜਾਂ ਰਾਵੀ ਦੀਆਂ ਜਿਹੜੀਆਂ ਮੱਝਾਂ ਨੇ ਉਹ ਮਿਲਦੀਆਂ ਨੇ। ਠੀਕ ਹੈ, ਖੁਦ ਖਰੀਦਦੇ ਹੋ ਜਾਂ? ਨਹੀਂ, ਖੁਦ ਖਰੀਦਨੇ। ਇਹ ਮੰਡੀ ਚੋਂ ਜਾਂ ਫੇਰ ਟੁਰ ਕੇ? ਨਹੀਂ, ਇਸ ਤਰ੍ਹਾਂ ਜਿਹੜਾ ਨਾ ਦੋਸਤ ਨੇ ਜਿਹੜੇ ਕੰਮ ਕਰਦੇ ਨੇ ਇਹਨਾਂ ਦਾ ਜਾਨਵਰਾਂ ਦਾ, ਉਹ ਅੱਛੇ ਜਾਨਵਰ ਲਿਆਂਦੇ ਨੇ ਉਹਨਾਂ ਦੇ ਕੋਲੋਂ ਵੇਖ ਕੇ ਜਾ ਕੇ ਅੱਛੇ। ਅੱਛਾ, ਜਿਹੜੇ ਡੇਰੇ ਬਣੇ ਨੇ? ਹਾਂਜੀ। ਠੀਕ ਹੈ, ਇਹ ਦੱਸੋ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਸਾਡੇ ਕੋਲ ਮਾਸ਼ਾਅੱਲਾ 16 ਤੋਂ 17 ਮੱਝਾਂ ਨੇ ਇਸ ਟਾਈਮ। ਤੇ 16-17 ਮੱਝਾਂ ਵਾਸਤੇ ਤੁਸੀਂ ਕਿੰਨੇ ਏਕੜ ਪੱਠੇ ਕਾਸ਼ਤ ਕੀਤੇ ਨੇ? ਤਕਰੀਬਨ ਕੁਝ 6 ਕਿੱਲੇ ਕੀਤੇ ਨੇ। 6 ਕਿੱਲੇ ਕਾਫੀ ਹੁੰਦੇ ਨੇ ਕਿ ਕਮ ਜਾਂ ਜ਼ਿਆਦਾ ਨੇ? ਬਾਹਰ ਤੋਂ ਵੀ ਲੈ ਰਹੇ ਹਾਂ ਕਮਾਦ ਵਗੈਰਾ ਜਾਂ ਮਕਈ ਜਵਾਰ, ਇਸ ਤਰ੍ਹਾਂ ਜਿਸ ਤਰ੍ਹਾਂ ਪੱਠਿਆਂ ਦੀ ਜ਼ਰੂਰਤ ਪਵੇ ਉਹ ਮਾਲ ਵਾਸਤੇ ਉਸੇ ਤਰ੍ਹਾਂ ਦੇ ਲੈਂਦੇ। ਯਾਨੀ 6 ਕਿੱਲੇ ਕਮ ਨੇ ਫਿਰ? ਹਾਂਜੀ। ਤੇ ਜ਼ਮੀਨ ਆਪਣੀ ਹੈ ਕਿ ਠੇਕੇ ਤੇ ਵੇ? ਜ਼ਮੀਨ ਆਪਣੀ ਹੈ, ਆਪਣੀ। ਠੀਕ। ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਕੀ ਰੂਟੀਨ ਰੱਖੀ ਹੈ? ਇਹਨੂੰ ਜਿਹੜਾ ਖੁਰਾਕ ਵਿੱਚ ਵੰਡੇ ਵਿੱਚ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ। ਵੰਡਾ ਜਿਹੜਾ ਵੇ ਅਸੀਂ ਸਵੇਰ ਟਾਈਮ ਪਾਉਂਦੇ ਹਾਂ, ਪਿਛਲੇ ਟਾਈਮ ਕਮਾਦ ਤੇ ਇਹ ਵਾਲਾ ਸਟਾਲਾ ਪਰਾਲੀ ਇਹਨੂੰ ਮਿਕਸ ਕਰਕੇ ਪਾਉਂਦੇ ਹਾਂ। ਸਵੇਰ ਟਾਈਮ ਸਿਰਫ ਵੰਡਾ ਹੀ ਪਾਉਂਦੇ। ਵੰਡਾ ਕਿਹੜੀ ਚੀਜ਼ ਉੱਤੇ? ਪਰਾਲੀ ਉੱਤੇ? ਨਹੀਂ, ਤੂੜੀ ਤੇ। ਤੂੜੀ ਤੇ? ਹਾਂਜੀ, ਖਾਲੀ ਤੂੜੀ ਤੇ ਵੰਡਾ ਸਵੇਰ ਪਾਉਂਦੇ ਹਾਂ, ਹੋਰ ਕੁਝ ਨਹੀਂ ਪਾਉਂਦੇ। ਇਹ ਇੱਕ ਜਾਨਵਰ ਨੂੰ ਕਿੰਨੀ ਤੂੜੀ ਤੇ ਕਿੰਨਾ ਵੰਡਾ? ਤਕਰੀਬਨ ਕੋਈ 5 ਕਿਲੋ ਤੂੜੀ ਪਾਉਂਦੇ ਹਾਂ ਤੇ ਉਹਦੇ ਉੱਤੇ ਕੋਈ 10 ਕਿਲੋ ਦੀ ਬਾਲਟੀ ਜਿਹੜੀ ਵੰਡੇ ਦੀ ਹੈ ਨਾ ਬਣੀ ਹੁੰਦੀ ਹੈ ਪਾਣੀ ਸਮੇਤ, ਉਹ ਪਾਣੀ। ਕਿੰਨੇ ਜਾਨਵਰਾਂ ਵਾਸਤੇ? ਇੱਕ ਜਾਨਵਰ ਵਾਸਤੇ। ਇਹ ਅੱਛਾ, ਪਾਣੀ ਸਮੇਤ? ਹਾਂਜੀ, ਪਾਣੀ ਸਮੇਤ। ਉਹਦੇ 'ਚ ਕਿੰਨਾ ਵੰਡਾ ਤੇ ਕਿੰਨਾ ਪਾਣੀ ਹੁੰਦਾ ਹੈ? ਵੰਡਾ ਉਹਦੇ 'ਚ ਤਕਰੀਬਨ 3 ਕਿਲੋ ਹੁੰਦਾ ਹੈ, 2 ਕਿਲੋ ਪਾਣੀ ਹੁੰਦਾ ਹੈ। ਤੇ ਵੰਡਾ ਕਿਹੜਾ ਹੈ, ਖੁਦ ਤਿਆਰ ਕੀਤਾ ਜਾਂ ਕਿਸੇ ਕੰਪਨੀ ਦਾ? ਨਹੀਂ, ਘਰ ਦਾ ਦਲੀਆ ਵੀ ਪਾ ਰਹੇ ਹਾਂ ਤੇ ਚੋਖਰ ਵੀ ਪਾ ਰਹੇ ਹਾਂ ਤੇ ਸਪੈਸ਼ਲ ਵੰਡਾ ਜਿਹੜਾ ਹੁੰਦਾ ਵੇ ਉਹ ਵੀ ਪਾ ਰਹੇ ਹਾਂ, ਜਿਹੜਾ ਬਣਿਆ ਹੁੰਦਾ। ਠੀਕ ਹੈ। ਜਿਹੜਾ ਨਿਆਂ ਆ ਰਿਹਾ ਵੇ। ਤੇ ਸ਼ਾਮ ਦੇ ਟਾਈਮ ਤੁਸੀਂ ਦੱਸਿਆ ਕਿ ਸਟਾਲਾ ਤੇ ਕਮਾਦ ਤੇ ਪਰਾਲੀ? ਜੀ। ਕਿੰਨਾ ਸਟਾਲਾ, ਕਿੰਨਾ ਕਮਾਦ ਤੇ ਕਿੰਨੀ ਪਰਾਲੀ ਇੱਕ ਜਾਨਵਰ ਵਾਸਤੇ? ਉਹ ਤਕਰੀਬਨ ਇੱਕ ਜਾਨਵਰ ਵਾਸਤੇ ਮਨ ਪੱਠੇ ਬਣ ਜਾਂਦੇ ਨੇ ਮਿਕਸ।
ਇਹ ਵੰਡਾ ਵਗੈਰਾ ਪਾ ਕੇ ਚਾਰਾ ਵਗੈਰਾ ਸਭ ਕੁਝ ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ? ਇੱਕ ਜਾਨਵਰ ਤੇ ਤਕਰੀਬਨ 400 ਰੁਪਏ ਖਰਚਾ ਆ ਜਾਂਦਾ। 400 ਖਰਚਾ ਆ ਜਾਂਦਾ। ਹਾਂਜੀ ਠੀਕ ਹੈ। ਜ਼ਮੀਨ ਤੁਹਾਡੀ ਆਪਣੀ ਹੈ? ਹਾਂਜੀ। ਅਗਰ ਪੱਠੇ ਮੁੱਲ ਦੇ ਹੋਣ ਫਿਰ ਖਰਚਾ ਜ਼ਿਆਦਾ ਹੋਏਦਾ? ਨਹੀਂ, ਸਭ ਮਿਲਾ ਕੇ। ਠੀਕ ਹੈ। ਸਭ ਮਿਲਾ ਕੇ ਆਪਣੀ ਜ਼ਮੀਨ ਦੇ ਜੋ ਕੁਝ ਵੀ ਜਾਨਵਰ ਜੋ ਖਾਂਦਾ ਵੀ ਉਹ 400 ਰੁਪਏ ਖਾਂਦੇ ਤੇ ਮਾਸ਼ਾਅੱਲਾ ਤਕਰੀਬਨ 8 ਤੋਂ 900 ਰੁਪਏ ਜਿਹੜਾ ਮੈਨੂੰ ਬਚਾਉਂਦਾ ਹੈ ਖਾ ਕੇ। ਅੱਛਾ, ਜਿਹੜਾ ਜਾਨਵਰ 400 ਖਰਚਾ ਕਰਾਂਦਾ ਹੈ ਜੀ। ਉਹ 800-900 ਬਚਤ ਦੇ ਜਾਂਦਾ ਹੈ। ਜੀ। ਠੀਕ ਹੈ। ਮਾਸ਼ਾਅੱਲਾ ਇਸ ਟਾਈਮ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਸਾਰੇ ਦੁੱਧ ਦੇਣ ਵਾਲੇ ਜਾਨਵਰ ਨੇ। ਇੱਕ ਸਿਰਫ ਸਾਡੇ ਕੋਲ ਝੋਟਾ ਹੈ ਨਸਲਕਸ਼ੀ ਵਾਸਤੇ ਤੇ ਇੱਕ ਝੋਟੀ ਹੈ ਜਿਹੜੀ ਉਹ ਜਾਨਵਰ ਇਸ ਤਰ੍ਹਾਂ ਨੇ। ਦੂਸਰੇ ਸਾਰੇ ਦੁੱਧ ਦੇਣ ਵਾਲੇ। ਦੂਸਰੇ ਕਿੰਨੇ? 14 ਜਾਨਵਰ ਦੁੱਧ ਦੇ ਰਹੇ ਨੇ? 15 ਜਾਨਵਰ ਦੁੱਧ ਦੇ। ਤੇ ਇਹ ਫਰੈਸ਼ ਨੇ ਕਿ ਕੋਈ ਜ਼ਿਆਦਾ ਟਾਈਮ ਹੋ ਗਿਆ ਸੋਇਆ? ਨਹੀਂ ਫਰੈਸ਼ ਨੇ, ਅੰਦਰ ਇਹਨਾਂ ਦੇ ਬੱਚੇ ਤਾਜ਼ੇ ਬੱਜੇ ਨੇ। ਤੇ 14 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਦੁੱਧ ਮਾਸ਼ਾਅੱਲਾ ਅਸੀਂ ਤਕਰੀਬਨ ਕੋਈ 2 ਮਣ 3 ਕਿਲੋ ਦੁੱਧ ਜਿਹੜਾ ਵੇ ਨਾ ਉਹ ਇਹ ਇੱਕ ਵਕਤ ਦਾ ਜਾਂ ਦੋ ਟਾਈਮਾਂ ਦਾ? ਦੋਵਾਂ ਟਾਈਮਾਂ। ਇਹ 2 ਮਣ ਤੇ 30 ਕਿਲੋ? ਜੀ। ਠੀਕ ਹੈ। ਇਹ ਦੱਸਿਓ ਕਿ ਤੁਸੀਂ ਦੁੱਧ ਦਾ ਕਾਰੋਬਾਰ ਕਰਦੇ ਹੋ ਜਾਂ ਕਿ ਨਾਲ ਵਪਾਰ ਵੀ ਰੱਖਿਆ ਜੇ? ਨਹੀਂ, ਵਪਾਰ ਅਸੀਂ ਨਹੀਂ ਕਰਦੇ, ਅਸੀਂ ਦੁੱਧ ਦਾ ਕੰਮ ਕਰਦੇ ਹਾਂ। ਮਾਸ਼ਾਅੱਲਾ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਜਾਨਵਰ ਜਿਹੜਾ ਨਾ ਦੁੱਧ ਦੇ ਰਹੇ ਨੇ, ਹਾਂਜੀ। ਤੇ ਉਹ ਜਿਹੜੇ ਦੁੱਧ ਕੰਮ ਦਿੰਦੇ ਨੇ ਜਾਂ ਫੰਡਰ ਮੱਝਾਂ ਹੁੰਦੀਆਂ ਨੇ ਉਹ ਸੇਲ ਕਰ ਦਿੰਦੇ ਹੋ? ਬਾਈ ਚਾਂਸ ਕਿਤੇ ਹੋਵੇ ਵੀ ਤੇ ਕਰ ਦਿੰਦੇ ਆ ਸੇਲ, ਜਾਂ ਜਿਹੜਾ ਡੰਗਰ ਨਾ ਰੱਖਣ ਵਾਲਾ ਹੋਵੇ ਮਸਲਾ ਬਣ ਜਾਏ, ਵਰਨਾ ਨਹੀਂ ਦਿੰਦੇ। ਅੱਛਾ, ਮਸਲਾ ਕੀ ਬਣ ਜਾਂਦਾ ਜਾਨਵਰਾਂ ਦਾ? ਮਸਲਾ ਬਣ ਜਾਂਦਾ ਕੋਈ ਸੂਆ ਮਿਸ ਕਰ ਜਾਂਦਾ ਹੈ ਜਾਂ ਉਹ ਨਹੀਂ ਬਣਦਾ, ਉਹਦੇ ਕੋਲ ਅੰਦਰ ਮਸਲਾ ਬਣ ਜਾਂਦਾ ਹੈ। ਵੈਸੇ ਉਹਦੀ ਕੋਸ਼ਿਸ਼ ਕਰੀਦੀ ਹੈ ਕਿ ਇਹਦਾ ਇਲਾਜ ਕਰਵਾ ਕੇ ਜਾਂ ਕੁਝ ਵੀ ਇਹ ਡੰਗਰ ਦਿੱਤਿਆ ਨਾ ਜਾਏ। ਜਦੋਂ ਨਹੀਂ ਕਿਸੇ ਵੀ ਸਾਈਡ ਤੇ ਆਉਂਦਾ ਫਿਰ ਉਹਨੂੰ ਦੇ ਦਿੰਦੀ। ਅੱਛਾ, ਤੁਸੀਂ ਦੱਸਿਆ ਕਿ ਸੂਆ ਮਿਸ ਹੋ ਜਾਂਦਾ ਹੈ। ਹਾਂਜੀ। ਕੀ ਵਜ੍ਹਾ ਹੁੰਦੀ ਹੈ ਕਿ ਜਾਨਵਰ ਦਾ ਸੂਆ ਮਿਸ ਹੋ ਜਾਂਦਾ? ਜਾਨਵਰ ਨੂੰ 100 ਮਸਲੇ ਬਣ ਜਾਂਦੇ ਨੇ। ਬਾਜ਼ ਦਫਾ ਕੁਦਰਤੀ ਵੀ ਜਿਹੜਾ ਹੈ ਨਾ ਸੂਆ ਮਿਸ ਜਾਨਵਰ ਕਰ ਜਾਂਦੇ ਨੇ। ਬਾਜ਼ ਦਫਾ ਉਹਨਾਂ ਨੂੰ ਕੋਈ ਫਾਲਟ ਬਣ ਜਾਂਦਾ ਹੈ ਅੰਦਰ ਦਾ, ਜਿਹੜਾ ਨਾ ਕੋਈ ਡਾਕਟਰ ਜਿਹੜਾ ਇਲਾਜ ਕਰਦੇ ਨੇ ਉਹਦੇ ਵਿੱਚ ਹੋ ਜਾਂਦੀ ਕੋਈ ਮਿਸਪਲੇਸ ਕੋਈ ਮਾਮਲਾ ਬਣ। ਤੇ ਇਹਦਾ ਕੋਈ ਦੇਸੀ ਹੱਲ ਹੈ ਨਹੀਂ ਤੁਹਾਡੇ ਕੋਲ? ਦੇਸੀ ਹੱਲ ਵੀ ਹੈ ਨੇ, ਉਹ ਵੀ ਕਰੀਦੇ ਨੇ। ਜਿਹੜੇ ਡਾਕਟਰੀ ਹੱਲ ਹੁੰਦੇ ਨੇ ਉਹ ਵੀ ਕਰੀਦੇ ਨੇ। ਦੇਸੀ ਹੱਲ ਕਿਹੜਾ ਕਰਦੇ ਹੋ ਦੱਸ ਦਿਓ? ਦੇਸੀ ਹੱਲ ਵੀ ਤਰ੍ਹਾਂ ਦੇ ਨੇ, ਮੁਖਤਲਿਫ ਨੇ। ਕੋਈ ਇੱਕ ਦੋ ਦੱਸ ਦਿਓ ਜਿਹੜਾ ਅੱਛਾ ਜਿਹਾ। ਅੱਛਾ ਦੇਸੀ ਹੱਲ ਇਹ ਹੀ ਹੈ ਕਿ ਬਾਜ਼ ਦਫਾ ਜਾਨਵਰ ਜਿਹੜਾ ਨਾ ਖਲੋਵੇ ਉਹਨੂੰ ਕਰਵਾ ਕੇ ਜਿਹੜਾ ਹੈ ਨਾ ਤਾਂ ਉਹਨੂੰ ਗੁੜ ਦਿੰਦੇ ਨੇ। ਬਾਜ਼ ਦਫਾ ਇੰਝ ਹੁੰਦਾ ਵੇ ਕਿ ਜਾਨਵਰ ਨੂੰ ਇੱਕ ਦਫਾ ਰਾਤ ਨੂੰ ਕਰਵਾਉਂਦੇ ਨੇ ਝੋਟੇ ਦੇ ਕੋਲੋਂ, ਇੱਕ ਦਫਾ ਸਵੇਰ ਕਰਵਾਉਂਦੇ ਨੇ। ਜਾਂ ਦੇਸੀ ਤੇਲ ਜਿਹੜਾ ਵੀ ਉਹ ਦਿੰਦੇ ਨੇ, ਉਹ ਵਿੱਚ ਹਲਦੀ ਵਗੈਰਾ ਪਾ ਕੇ, ਜਾਂ ਕੋਈ ਮਹਿੰਦੀ ਵਗੈਰਾ ਦਿੰਦੇ ਨੇ। ਮੌਸਮ ਦੇ ਲਿਹਾਜ਼ ਦੇ ਨਾਲ ਵੀ ਹੁੰਦਾ ਕਿ ਜਾਨਵਰ ਨਾ ਖਲੋਵੇ ਤੇ ਮੌਸਮ ਨਾਲ ਚੀਜ਼ਾਂ ਦਿੱਤੀਆਂ ਜਾਂਦੀਆਂ। ਅੱਛਾ। ਹੋਰ ਵੀ ਬੜੀਆਂ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹ ਵੱਡੇ ਨੇ, ਜਿਹੜੇ ਆਪਣੇ ਸਾਰੇ ਭਾਈ ਕੰਮ ਕਰਨ ਵਾਲੇ ਨੇ, ਉਹਨਾਂ ਨਾਲ ਮਸ਼ਵਰਾ ਕਰਕੇ ਤੇ ਦੇਸੀ ਜਿਹੜੀਆਂ ਚੀਜ਼ਾਂ ਨੇ ਉਹ ਦਿੱਤੀਆਂ ਜਾਂਦੀਆਂ। ਜਦੋਂ ਨਹੀਂ ਜਾਨਵਰ ਫਿਰ ਵੀ ਬਣਦਾ ਫਿਰ ਡਾਕਟਰੀ ਇਲਾਜ ਕਰਵਾਇਆ ਜਾਂਦਾ। ਉਸ ਤੋਂ ਇਲਾਵਾ ਵੀ ਅਗਰ ਨਾ ਹੋਵੇ ਤਾਂ ਫਿਰ ਜਾਨਵਰ ਨੂੰ ਚੇਂਜ ਕਰਤਾ ਜਾਂਦਾ ਵਿਆ ਜੀ। ਠੀਕ ਹੈ। ਤੁਸੀਂ ਜ਼ਿਕਰ ਕੀਤਾ ਕਿ ਦੇਸੀ ਤੇਲ ਤੇ ਮਹਿੰਦੀ ਵਗੈਰਾ ਦੇਈਦੀ ਹੈ। ਹਾਂਜੀ। ਕਿਹੜੇ ਮੌਸਮ 'ਚ ਦੇਸੀ ਤੇਲ ਦੇਣਾ ਤੇ ਕਿਹੜੇ ਮੌਸਮ 'ਚ ਮਹਿੰਦੀ ਦੇਣੀ ਹੈ? ਮੈਂ ਤਕਰੀਬਨ ਜਿਹੜਾ ਇਹ ਵਾਲਾ ਮੌਸਮ ਅੱਗੇ ਆ ਰਿਹਾ ਵੀ ਸਰਦੀਆਂ ਦਾ ਜੀ, ਉਹਦੇ 'ਚ ਵੀ ਤੇ ਗਰਮੀ ਦੇ ਵਿੱਚ ਵੀ ਇਹ ਹੋ ਜਾਂਦਾ ਹੈ। ਉਹ ਤੇ ਦਿੰਦੇ ਨੇ ਦਹੀਂ ਔਰ ਤੇਲ ਦਿੰਦੇ ਤੇ ਗਰਮੀ 'ਚ? ਗਰਮੀ 'ਚ। ਤੇ ਸਰਦੀ ਵਿੱਚ? ਸਰਦੀ ਦੇ ਵਿੱਚ ਤੇਲ ਦਿੰਦੇ ਨੇ ਜਾਂ ਇਹਦੇ ਵਿੱਚ ਕੋਈ ਹੋਰ ਚੀਜ਼ ਮਿਲਾ ਕੇ, ਜਿਸ ਤਰ੍ਹਾਂ ਕਿ ਹਲਦੀ ਹੈ ਜਾਂ ਕੋਈ ਇਸੇ ਤਰ੍ਹਾਂ ਮੁxtਲਿਫ ਚੀਜ਼ਾਂ ਨੇ। ਉਹ ਕੋ ਜਿਹੜਾ ਵੀ ਸਾਨੂੰ, ਅਸੀਂ ਤਾਂ ਹੁਣ ਛੋਟੇ ਹਾਂ ਜਿਸ ਤਰ੍ਹਾਂ ਕਰਕੇ ਤਜਰਬਾ ਹੈ ਵੀ, ਜਾਂ ਵੱਡੇ ਦੱਸਦੇ ਨੇ ਜਾਂ ਆਪਣੇ ਜਾਣਨ ਵਾਲੇ ਜਿੰਨੇ ਤਲਕ ਵਾਲੇ ਨੇ ਉਹਨਾਂ ਨਾਲ ਮਸ਼ਵਰਾ ਕਰਕੇ ਜਿਹੜੀ ਕੋਈ ਚੀਜ਼ ਜਿਹੜੀ ਹੈ ਨਾ ਉਹ ਅੱਛੀ ਲੱਗਦੀ ਉਹ ਕਰ। ਠੀਕ ਹੈ। ਅਗਰ ਕੋਈ ਮੈਂ ਦੁੱਧ ਘੱਟ ਦਿੰਦੀ ਏ ਤੇ ਉਹਦਾ ਕੋਈ ਦੇਸੀ ਇਲਾਜ ਜਾਂ ਟੋਟਕਾ ਹੈ ਕਿ ਉਹ ਦੁੱਧ ਜ਼ਿਆਦਾ ਦੇ? ਉਹਦਾ ਇਹੀ ਹੁੰਦਾ ਵੀ ਉਹਨੂੰ ਮਸਾਲਾ ਦਿੰਦੇ ਨੇ ਜਾਂ ਜਾਨਵਰ ਨੂੰ ਤੇਲ ਦਵੀਦਾ, ਉਹਦੇ ਅੰਦਰ ਖੁਸ਼ਕੀ ਦਾ ਕੋਈ ਮਸਲਾ ਹੁੰਦਾ, ਉਹਨੂੰ ਤੇਲ ਦਵੀਏ ਫਿਰ ਉਹ ਦੁੱਧ ਤੋਂ ਜ਼ਿਆਦਾ ਜਿਹੜਾ ਨਾ ਚੁੱਕ ਕਰਦੇ। ਮਸਾਲਾ ਕਿਹੜਾ ਦਿੰਦੇ ਹੋ? ਮਸਾਲਾ ਹਰੀ ਮਿਰਚ, ਅਦਰਕ ਜਾਂ ਪਿਆਜ਼, ਜਾਂ ਕੋਈ ਬਾਜ਼ ਜਾਨਵਰ ਹੁੰਦੇ ਨੇ ਉਹ ਲਸਣ ਦੇ ਨਾਲ ਵੀ ਚੰਗੇ ਚੱਲਦੇ। ਇਸੇ ਤਰ੍ਹਾਂ ਹੀ ਜਾਂ ਫਿਰ ਮਸਾਲਾ ਮਿਲਦਾ ਵੀ ਇੱਥੋਂ ਸਟੋਰ ਤੋਂ ਬਣਿਆ ਬਣਾਇਆ? ਬਣਿਆ ਬਣਾਇਆ, ਉਹ ਵੀ ਅੱਛਾ ਹੁੰਦਾ? ਉਹਨੂੰ ਡਿਸਟੈਂਪਰ ਪਾਊਡਰ ਕਹਿੰਦੇ ਨੇ। ਉਹ ਇੱਕ ਪੈਕਟ ਦੇ ਵਿੱਚ 3 ਖੁਰਾਕਾਂ ਹੁੰਦੀਆਂ ਨੇ ਇੱਕ ਮਾਈ ਦੀ, ਉਹ ਵੀ ਬਹੁਤ ਅੱਛਾ ਹੈ। ਤੇ ਇਹ ਜਿਹੜਾ ਮਸਾਲਾ ਕਿੰਨੇ ਦਿਨ ਬਾਅਦ ਦੇਣਾ ਚਾਹੀਦਾ? ਮਸਾਲਾ ਤਕਰੀਬਨ 8 ਦਿਨ ਤੋਂ ਬਾਅਦ ਦੇਣਾ ਚਾਹੀਦਾ। ਅੱਛਾ ਭਾਈ, ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਟੋਟਲ 18 ਜਾਨਵਰ ਨੇ? ਹਾਂਜੀ। ਤੇ 18 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ ਪਏ? ਅਸੀਂ 3 ਬੰਦੇ ਸੰਭਾਲ ਰਹੇ ਹਾਂ। 2 ਭਾਈ ਹਾਂ ਅਸੀਂ, ਮੇਰੇ ਵੱਡੇ ਭਾਈ ਨੇ ਸ਼ਾਹਿਦ ਗੁੱਜਰ ਸਾਹਿਬ, ਮੈਂ ਉਹਨਾਂ ਦਾ ਛੋਟਾ ਭਾਈ ਹਾਂ ਜ਼ਾਹਦ ਅਲੀ, ਤੇ ਇਹ ਸਾਡੇ ਨਾਲ ਨੇ ਭਾਈ ਕੰਮ ਕਰਦੇ ਨੇ ਬਹਾਵਲਪੁਰ ਤੋਂ। ਯਾਨੀ 2 ਤੁਸੀਂ ਭਾਈ ਹੋ, 1 ਮੁਲਾਜ਼ਮ ਨੇ? ਜੀ। ਇਹ ਬਾਹਰ ਤੋਂ ਆਪਣਾ ਕੰਮ ਸ਼ਮ ਕਰਦੇ ਨੇ ਤੇ ਅਸੀਂ ਇੱਥੇ ਆਪਣਾ ਜਾਨਵਰ ਨੂੰ ਜਿਹੜਾ ਨਾ ਧਾਰ ਵਗੈਰਾ ਕੋਈ ਅੱਗੇ ਪਿੱਛੇ ਮਿਲ ਜੁਲ ਕੇ ਸਾਰੇ ਜਿਹੜਾ ਨਾ ਕੰਮ ਕਰਨਾ। ਠੀਕ ਹੈ। ਤੇ ਮੁਲਾਜ਼ਮ ਦੀ ਕੀ ਤਨਖਾਹ ਚੱਲਦੀ ਹੈ? ਉਹਨਾਂ ਨੂੰ ਅਸੀਂ 17,500 ਰੁਪਇਆ ਦਿੰਦੇ ਹਾਂ ਤੇ ਹੋਰ ਕੋਈ ਰੋਜ਼ ਦਾ ਕੋਈ ਥੋੜਾ ਬਹੁਤਾ ਜਿਹੜਾ ਵੀ ਮਾਮਲਾ ਹੋਵੇ ਉਹਨੂੰ ਅਫੋਰਡ ਕਰਨੇ ਆ, 3 ਟਾਈਮ ਖਾਣਾ। ਠੀਕ ਹੈ। ਰੋਟੀ ਪਾਣੀ ਖਰਚਾ ਵਗੈਰਾ ਵੀ? ਹਾਂਜੀ।
ਔਰ ਮੁਲਾਜ਼ਮ ਬੇਸ ਤੇ ਉਹਦੇ ਨਾਲ ਨਹੀਂ ਚੱਲਦੀ। ਠੀਕ ਹੈ, ਇੱਕ ਜਿਹੜਾ ਨਾ ਇੰਨੀ ਭਰਾਵਾਂ ਵਾਲਾ ਲੇਖਾ ਫੈਮਿਲੀ, ਠੀਕ ਹੈ, ਰਿਲੇਸ਼ਨ। ਜੀ। ਤੇ ਕਿੰਨੀ ਦੇਰ ਹੋ ਗਈ ਤੁਹਾਡੇ ਮੁਲਾਜ਼ਮ ਨੂੰ ਉੱਥੇ? ਸਾਡੇ ਕੋਲ ਤਕਰੀਬਨ ਹੁਣ ਇਹਨਾਂ ਨੂੰ ਕੋਈ ਦੂਸਰਾ ਤੀਸਰਾ ਮਹੀਨਾ, ਬੰਦੇ ਚੇਂਜ ਹੁੰਦੇ ਰਹੇ ਨੇ। ਇਸੇ ਤਰ੍ਹਾਂ ਅਸੀਂ ਕੰਮ ਪੱਕਾ ਕਰਦੇ ਹਾਂ। ਸਾਡਾ ਜਿਸ ਤਰ੍ਹਾਂ ਵਿਰਾਸਤੀ ਕੰਮ ਹੈ, ਜਿਸ ਤਰ੍ਹਾਂ ਵੀ ਉਹ ਫਿਰ ਮਾਮਲਾ ਬਣੇ, ਜਿੰਨੀ ਦੇਰ ਕੋ ਕੱਢਦਾ ਕਿਸੇ ਨਾਲ ਅੱਛਾ ਟਾਈਮ ਜਿਹੜਾ ਪਾਸ ਹੁੰਦਾ ਹੈ। ਅੱਛਾ, ਯਾਨੀ ਕਿ ਇਸ ਤੋਂ ਪਹਿਲੇ ਤੁਹਾਡੇ ਕੋਲ ਦੂਸਰੇ ਮੁਲਾਜ਼ਮ ਹਨ, ਉਹ ਚੇਂਜ ਹੋਏ ਨੇ, ਹੁਣ ਇਹ ਅੰਕਲ ਰੀ ਆਏ ਨੇ। ਹਾਂਜੀ ਇਹ ਕੀ ਵਜ੍ਹਾ ਹੁੰਦੀ ਹੈ ਕਿ ਮੁਲਾਜ਼ਮ ਕਿਉਂ ਨਹੀਂ ਟਿਕਦੇ ਫਾਰਮਾਂ ਤੇ? ਇਹ ਆਪਣਾ ਮਜ਼ਾਜ ਹੁੰਦਾ ਵੇ ਮੁਲਾਜ਼ਮਾਂ ਦਾ, ਜਾਂ ਉਹਨਾਂ ਦੇ ਪਿੱਛੇ ਮਾਮਲਾਤ ਹੁੰਦੇ ਨੇ ਕਿ ਉਹ 2-4 ਮਹੀਨੇ ਕੰਮ ਕਰਦੇ ਨੇ। ਉਹਨਾਂ ਦੇ ਕੋਲੋਂ ਹਰ ਇਨਸਾਨ ਦੀ ਇੱਕ ਆਪਣੀ ਲਾਈਫ, ਇਹਦੇ ਵਿੱਚ ਇਹ ਨਹੀਂ ਕੋਈ ਵੀ ਕਬਾਹਤ ਹੈ, ਮਗਰ ਜਦੋਂ ਕੋਈ ਅਜ਼ੀਅਤ ਵਾਲਾ ਮਾਮਲਾ ਬਣੇ ਤਾਂ ਫਿਰ ਜ਼ਾਹਰ ਹੈ ਉਹਨੂੰ ਚੇਂਜ ਕਰ ਦਿੱਤਾ ਜਾਣਾ। ਠੀਕ। ਜਿਹੜੇ ਜਾਨਵਰਾਂ ਦੇ ਛੋਟੇ ਬੱਚੇ ਨੇ, ਹਾਂਜੀ। ਉਹ ਆਪਣੇ ਫਾਰਮ ਤੇ ਰੱਖ ਕੇ ਪਾਲ ਕੇ ਇਹਨਾਂ ਦੀ ਅੱਗੇ ਨਸਲ ਵਧਾਉਂਦੇ ਹੋ ਜਾਂ ਕਿ ਛੋਟੀ ਉਮਰ 'ਚ ਸੇਲ ਕਰ ਦਿੰਦੇ ਹੋ? ਨਹੀਂ, ਇਹਨਾਂ ਦੀ ਨਸਲ ਵਧਾਉਣੀ। ਯਾਨੀ ਆਪਣੇ ਫਾਰਮ 'ਚ ਜਾਨਵਰਾਂ ਦਾ ਇਜ਼ਾਫਾ ਕਰ ਰਹੇ ਹੋ। ਹਾਂਜੀ ਹੁਣ ਸਰਦੀ ਦਾ ਮੌਸਮ ਸਟਾਰਟ ਹੋ ਗਿਆ, ਸਰਦੀ ਵਿੱਚ ਕਹਿੰਦੇ ਨੇ ਕਿ ਬੱਚੇ ਜ਼ਾਇਆ ਹੋ ਜਾਂਦੇ ਨੇ। ਹਾਂਜੀ। ਤੁਸੀਂ ਕੀ ਕੋਈ ਇਹਤਿਆਤੀ ਤਦਾਬੀਰ ਕੀਤੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਸੇਫਟੀ ਵਾਸਤੇ ਕੀ ਕੀਤਾ ਜਾਏ ਕਿ ਬਚ ਜਾਣ? ਉਹਨਾਂ ਦੀ ਸੇਫਟੀ ਵਾਸਤੇ ਤੇ ਇਹ ਵੀ ਕੋਈ ਸਰਦੀ ਕੋਲੋਂ ਬਚਣ, ਉਹਨਾਂ ਨੂੰ ਸਵੇਰ ਧੁੱਪੇ 'ਚ ਬੰਨਿਆ ਜਾਏ, ਅਗਰ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਅੰਦਰ ਰੱਖਿਆ ਜਾਏ। ਉਹਦੇ ਤੋਂ ਇਲਾਵਾ ਉਹ ਹੁੰਦਾ ਵੇ ਦਵਾਈ ਟੀਕਾ ਕਰਵਾਉਂਦੇ ਨੇ। ਟੀਕਾ ਇੱਕ ਲੱਗਦਾ ਹੈ ਬੱਚੇ ਨੂੰ, ਦੂਸਰਾ ਨੇਲ ਜੈਨ ਦਵਾਈ ਜਿਹੜੀ ਉਹ ਦਿੱਤੀ ਜਾਂਦੀ, ਉਹ ਵੀ 15 ਦਿਨ ਤੋਂ ਬਾਅਦ ਦਿੱਤੀ ਜਾਂਦੀ। ਟੀਕਾ ਕਾਹਦੇ ਵਾਸਤੇ ਲੱਗਦਾ? ਟੀਕਾ ਲੱਗਦਾ ਵੇ ਉਹਨੂੰ ਜਿਹੜਾ ਵੇ ਨਾ ਕਿ ਸਰਦੀ ਜਾਂ ਕਮਜ਼ੋਰੀ ਵਾਸਤੇ, ਤੇ ਦੂਸਰੇ ਨੰਬਰ ਤੇ ਜਿਹੜਾ ਉਹ ਦਵਾਈ ਦਿੰਦੇ ਨੇ ਉਹਦੇ ਮਿਹਦੇ ਵਾਸਤੇ ਹੁੰਦੀ ਹੈ, ਕਿਰਮ ਵਗੈਰਾ ਨਹੀਂ ਬਣਨ ਦਿੰਦੀ, ਉਹ ਪੱਠੇ ਅੱਛੇ ਖਾਂਦਾ, ਉਹਨੂੰ ਅੱਛੇ ਲੱਗਦੇ ਨੇ। ਉਹਦੇ ਤੋਂ ਇਲਾਵਾ ਗੁੜ ਔਰ ਮੇਥਰੇ ਜਿਹੜੇ ਨੇ ਉਹ ਬਣਾ ਕੇ ਉਹਨਾਂ ਨੂੰ ਰਾਤ ਨੂੰ ਦਿੱਤੇ ਜਾਂਦੇ ਨੇ। ਪੱਠਿਆਂ ਦੇ ਉੱਤੇ ਚੋਕਰ ਇਸਤੇਮਾਲ ਕੀਤਾ ਜਾਂਦਾ। ਕੋਈ ਇਹ ਚੀਚੜ ਜਿਹੜੇ ਨੇ ਇਹਨਾਂ ਦਾ ਕੋਈ ਟੀਕਾ ਸ਼ੀਕਾ ਲਾ ਕੇ ਤੇ ਉਹ ਜਾ ਜਿਹੜੇ ਨੇ ਮਾਸ਼ਾਅੱਲਾ ਕੇਅਰਫੁਲ ਰਹਿੰਦੇ। ਅੱਛਾ, ਅਸੀਂ ਇਹ ਖੁੱਲੀ ਜਿਹੀ ਚੀਜ਼ ਵੇਖ ਰਹੇ ਹਾਂ, ਤੁਸੀਂ ਕਮਾਦ ਇਸਤੇਮਾਲ ਕਰਵਾ ਰਹੇ ਹੋ ਹੁਣ ਜਾਨਵਰਾਂ ਨੂੰ। ਹਾਂਜੀ ਅੱਜ ਤੋਂ ਪਿੱਛੇ ਹਾਂ ਜਿਨੇ ਫਾਰਮਰ ਵੇਖਣਾ ਕਮਾਦ ਇਸਤੇਮਾਲ ਨਹੀਂ ਕਰਵਾ ਰਹੇ ਕਿਉਂਕਿ ਮਹਿੰਗਾ ਪੈਂਦਾ ਵੇ। ਹਾਂਜੀ। ਇਹ ਕਮਾਦ ਇਸਤੇਮਾਲ ਕਰਾਉਣ ਦੀ ਕੋਈ ਖਾਸ ਵਜ੍ਹਾ? ਕਮਾਦ ਇਸਤੇਮਾਲ ਕਰਨ ਦੀ ਖਾਸ ਵਜ੍ਹਾ ਇਹ ਵੇ ਕਿ ਜਾਨਵਰ ਬੜੇ ਅੱਛੇ ਤਰੀਕੇ ਨਾਲ ਇਹਨੂੰ ਖਾਂਦਾ, ਸ਼ੌਕ ਨਾਲ। ਦੂਸਰੇ ਨੰਬਰ ਤੇ ਇਹਦੇ ਨਾਲ ਜਾਨਵਰ ਤਗੜਾ ਰਹਿੰਦਾ, ਦੁੱਧ ਜ਼ਿਆਦਾ ਦਿੰਦਾ ਹੈ, ਔਰ ਜਿਹੜੇ ਸੰਭਾਲਣ ਵਾਲੇ ਬੰਦੇ ਨੇ ਉਹਨਾਂ ਨੂੰ ਐਡਾ ਮਸਲਾ ਨਹੀਂ ਹੁੰਦਾ ਕਿ ਉਹਨਾਂ ਨੇ ਇਹ ਲਿਆ ਕਿ ਆਣਾ ਕਮਾਦ, ਉਹਦੇ ਵਿੱਚ ਪੱਠੇ ਥੋੜੇ ਵੀ ਪਾਣੇ ਨੇ ਤੇ ਇਹਦੇ ਨਾਲ ਜਾਨਵਰ ਰੱਜ ਜਾਂਦਾ ਵਿੱਚ। ਸਖਤ ਪੱਠਾ ਹੈ ਤੇ ਮਜ਼ੇਦਾਰ ਪੱਠਾ ਹੈ, ਜਾਨਵਰ ਖਾ ਕੇ ਤੇ ਵੈਸੇ ਵੀ ਅੰਦਰ ਤੋਂ ਵੀ ਫਿੱਟ ਰਹਿੰਦਾ। ਅੱਛਾ ਭਾਈ ਜੀ, ਇੱਕ ਗੱਲ ਦੱਸ ਦਿਓ ਕਿ ਜਿਹੜੀ ਚੰਗੀ ਮੱਝ ਹੈ ਉਹ ਕਿੰਨੇ ਦੀ ਮਿਲ ਜਾਂਦੀ ਹੈ ਤੇ ਇੱਕ ਦਰਮਿਆਨੀ ਮੱਝ ਕਿੰਨੇ ਦੀ ਮਿਲ ਜਾਂਦੀ ਹੈ, ਇਹ ਦੱਸ ਦਿਓ। ਸਾਡੇ ਕੋਲ ਵਿੱਚ 5 ਮੱਝਾਂ ਨੇ ਜਿਹੜੀਆਂ ਪੌਣੇ 3 ਲੱਖ ਰੁਪਏ ਦੀਆਂ ਨੇ। ਦੂਸਰੀਆਂ ਮੱਝਾਂ ਨੇ ਜਿਹੜੀਆਂ ਉਹ ਕੋ ਤਕਰੀਬਨ 260 2.5 ਚੱਕਰਾਂ ਨੇ। ਔਰ ਇੱਕ ਮੱਝ ਸਾਡੇ ਕੋਲ ਇੱਥੇ ਅੰਦਰ ਉਹ ਵੀ ਬੱਜੀ ਹੈ ਜਿਹੜੀ 4 ਲੱਖ ਰੁਪਏ ਦੀ ਹੈ, ਉਹ ਮੀਨੀ ਝੋਟੀ ਹੈ। ਉਹਨੂੰ ਅਸੀਂ ਉਧਰ ਅੰਦਰ ਉਹ ਜਿਹੜਾ ਨਾ ਉਹ ਕਮਰੇ 'ਚ ਨੇ 2 ਮੱਝਾਂ ਨੇ, ਇੱਕ ਰਾਵੀ ਦੀ ਹੈ ਪਿਓਰ ਔਰ ਇੱਕ ਨੀਲੀ ਦੀ। ਪਿਓਰ ਰਾਵੀ ਦੀ ਤੇ ਨੀਲੀ ਜਿਹੜੀ ਉਹ ਵਹਾਣੀ ਜੇ, ਤੇ ਤੁਸੀਂ ਇਹ ਦੱਸੋ ਕਿ 4 ਲੱਖ ਵਾਲੀ ਚ ਖੂਬੀ ਕੀ ਹੈ? ਉਹਦੇ 'ਚ ਖੂਬੀ ਇਹ ਵੇ ਕਿ ਉਹ ਕੁਦਰਤੀ ਮੀਨੀ, ਉਹਦੇ ਸਿੰਗ ਜਿਹੜੇ ਨੇ ਉਹ ਹਿਲਦੇ ਨੇ। ਅੱਛਾ। ਇਹ ਜਾਨਵਰ ਬੜੀ ਕਿਸਮਤ ਵਾਲਾ ਹੁੰਦਾ ਹੈ, ਬਹੁਤ ਅੱਛਾ ਹੁੰਦਾ ਹੈ ਔਰ ਹਰ ਲਿਹਾਜ਼ ਨਾਲ ਹੀ ਇਹ ਠੀਕ ਹੁੰਦਾ। ਅੱਛਾ। ਅਸਾਂ ਸੁਣਿਆ ਕਿ ਜਿਹੜੀ ਮਿਨੀ ਮੱਝ ਇੱਕ ਡੇਰੇ ਤੇ ਲਾਜ਼ਮੀ ਰੱਖਣੀ ਚਾਹੀਦੀ ਹੈ, ਕਿਸਮਤ ਵਾਲਾ ਜਾਨਵਰ ਹੁੰਦਾ ਹੈ, ਕਿ ਵਾਕਈ ਗੱਲ ਸਹੀ ਹੈ? ਐਡੀ ਕਿਸਮਤ ਵਾਲਾ ਜਾਨਵਰ ਹੈ ਕਿ ਉਹਨੂੰ ਅਸੀਂ ਪਹਿਲੇ ਕਲੀ ਨੂੰ ਲਿਆ ਸੀ ਤੇ ਹੁਣ ਉਹਦੀ ਜਿਹੜਾ ਨਾ ਬਰਕਤ ਦੇ ਨਾਲ ਹੈ ਮਾਲ ਬਹੁਤ ਜ਼ਿਆਦਾ ਹੈ ਮਾਸ਼ਾਅੱਲਾ। ਤੇ ਸਾਨੂੰ ਜਾਨਵਰ ਦਿਖਾਓ ਹੁਣ ਜੇ ਤੁਹਾਡੇ ਕੋਲ ਨੇ ਉਹ ਜਿਹੜੇ ਚੰਗੇ ਜਾਨਵਰ ਨੇ, ਇੱਕ ਦੋ ਦਿਖਾਓ ਸਾਨੂੰ। ਆਓ ਦਿਖਾਉਂਦੇ। ਇਹ ਮਾਸ਼ਾਅੱਲਾ ਸਾਡੇ ਕੋਲ ਝੋਟੀ ਹੈ ਪਹਿਲੇ ਸੂਏ ਵੇ, ਔਰ ਇਹਦੇ ਇਧਰ ਪੱਟ ਤੇ ਠੱਪਾ ਲੱਗਾ ਵੇ ਫਾਰਮ ਦਾ। ਇਹ ਠੱਪਾ ਫਾਰਮ ਇਹ ਥੋੜਾ ਸਮਝਾ ਦਿਓ। ਇਹ ਤੁਹਾਨੂੰ ਸਮਝਾਉਂਦੇ ਆ, ਜਿਹੜੇ ਬਹੁਤ ਹੀ ਅੱਛੇ ਔਰ ਨਾਮਵਰ ਜਾਨਵਰ ਹੁੰਦੇ ਨੇ ਉਹਨਾਂ ਨੂੰ ਇਹ ਠੱਪਾ ਲੱਗਦਾ ਹੈ। ਅੱਛਾ, ਕੁਦਰਤੀ ਹੁੰਦਾ ਹੈ? ਨਹੀਂ, ਉਹ ਲਾਉਂਦੇ ਨੇ, ਸਪੈਸ਼ਲ ਜਾਨਵਰਾਂ ਨੂੰ ਲਾਉਂਦੇ ਨੇ। ਅੱਛਾ। ਜਿਹੜੇ ਫਾਰਮ ਦੇ ਵਿੱਚੋਂ ਜਿਹੜੇ ਜਾਨਵਰ ਆਉਂਦੇ ਨੇ ਨਾ, ਵੱਡੇ ਫਾਰਮ ਦੇ ਵਿੱਚੋਂ, ਰਜਿਸਟਰ ਫਾਰਮ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਾਨਵਰ ਜਿਹੜੇ ਆਉਂਦੇ ਨੇ। ਠੀਕ ਹੈ। ਉਹਦੇ ਤੋਂ ਇਲਾਵਾ ਇਹ ਸਾਡੇ ਕੋਲ ਝੋਟੀ ਹੈ ਦੂਸਰੇ ਸੂਏ ਵਿੱਚ, ਮਾਸ਼ਾਅੱਲਾ ਬਹੁਤ ਅੱਛੀ ਹੈ। ਇਹ ਵਾਲੀ ਵੀ ਦੂਸਰੇ ਸੂਏ ਝੋਟੀ ਹੈ, ਬਹੁਤ ਹੀ ਅੱਛੀ ਹੈ ਇਹ ਵਾਲੀ ਵੀ, ਕਿ ਇਹ ਆਪਣੀ ਜਿਹੜਾ ਨਾ ਆਪਣੀ ਨਸਲ ਤੋਂ ਵੀ ਜ਼ਿਆਦਾ ਦੁੱਧ ਦਿੰਦੀ ਹੈ ਮਾਸ਼ਾਅੱਲਾ। ਕਿੰਨਾ ਦੁੱਧ ਦੇ ਰਹੀ ਇਹਦੀ ਹੈ? ਹੱਡੀ ਸਿੰਗਲ ਹੈ? ਨਹੀਂ, 3 ਹੱਡੀਆਂ। ਨਹੀਂ, 3 ਹੱਡੀਆਂ ਵਾਲੀ ਹੈ, ਮਗਰ ਇਹ ਅਜੀਬ ਹੀ ਜਿਹੜਾ ਨਾ ਇਹਦਾ ਸਿਸਟਮ ਹੈ, ਅੱਲਾ ਦੀ ਜ਼ਾਤ ਨੇ ਸਾਈਜ਼ ਵੀ ਛੋਟਾ ਇਹਦਾ। ਹਾਂਜੀ, ਆਪਣੀ ਔਕਾਤ ਤੋਂ ਵੱਧ ਕੇ ਦੁੱਧ ਦਿੰਦੀ ਬਾਅਦ ਕੇ ਦੁੱਧ ਵੀ ਦਿੰਦੀ ਹੈ ਕਿ ਇਸ ਟਾਈਮ ਇਹ 15 ਕਿਲੋ ਦੁੱਧ ਦੇ ਰਹੀ ਹੈ। ਮਾਸ਼ਾਅੱਲਾ। ਮਾਸ਼ਾਅੱਲਾ। ਕਿੰਨੀ ਦੇਰ ਹੋ ਗਈ ਇਹਨੂੰ ਸੂਇਆ? ਇਹਨੂੰ ਹੋ ਗਏ ਨੇ ਕੋਈ ਤਕਰੀਬਨ 1.5 ਮਹੀਨਾ ਹੋ ਗਿਆ ਸੂਈ ਨੂੰ। ਔਰ ਸਭ ਤੋਂ ਜ਼ਿਆਦਾ ਖਸੂਸੀਅਤ ਜਾਨਵਰ ਦੀ ਹੁੰਦੀ ਹੈ ਕਿ ਉਹਦੀ ਪੂਛਲ ਬਿਲਕੁਲ ਪਤਲੀ ਹੁੰਦੀ ਹੈ, ਇਸ ਤਰ੍ਹਾਂ ਕਰਕੇ ਇਕੱਠੀ ਹੋ ਜਾਂਦੀ ਹੈ। ਠੀਕ ਹੈ। ਜਾਂ ਉਹਦੀ ਚਮੜੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਪਤਲੀ ਹੁੰਦੀ ਹੈ। ਅੱਛਾ। ਉਹ ਜਾਨਵਰ ਬਹੁਤ ਹੀ ਅੱਛੇ ਹੁੰਦੇ ਨੇ। ਅੱਛਾ ਭਾਈ, ਸਾਨੂੰ ਕੋਈ ਆਪਣਾ ਨੰਬਰ ਦੇ ਦਿਓ, ਅਗਰ ਕੋਈ ਭਾਈ ਤੁਹਾਡੇ ਨਾਲ ਰਾਬਤਾ ਕਰਕੇ ਕੋਈ ਮੱਝ ਖਰੀਦਣਾ ਚਾਹੇ ਤਾਂ ਕੋਈ ਨੰਬਰ ਆਪਣਾ ਦੇ ਦਿਓ ਤਾਂ ਆ ਕੇ ਤੁਹਾਡੇ ਨਾਲ ਰਾਬਤਾ ਕਰਕੇ। ਜੀ ਇਨਸ਼ਾਅੱਲਾ, ਕਿਉਂ ਨਹੀਂ, ਨੰਬਰ ਤੁਹਾਨੂੰ ਦਿੰਦੇ ਆ। ਇਹ ਸਾਡੇ ਕੋਲ ਮੱਝ ਇਹ 3.25 ਲੱਖ ਰੁਪਏ ਦੀ ਹੈ।
ਇਹ ਵੀ ਫਾਰਮ ਦੀ ਮੱਝ ਹੈ ਔਰ ਬਹੁਤ ਹੀ ਅੱਛੀ ਜਿਹੜੀ ਹੈ ਨਾ ਮੱਝ ਹੈ ਇਹ ਵਾਲੀ ਵੀ। ਇਹ ਸਾਡੇ ਕੋਲ ਪਹਿਲੇ ਸੂਏ ਝੋਟੀ ਹੈ, ਇਹ ਵੀ ਮਾਸ਼ਾਅੱਲਾ ਬਹੁਤ ਅੱਛੀ ਹੈ। ਇਹ ਸਾਡੇ ਕੋਲ ਝੋਟੀ ਹੈ ਤੇ 5 ਥਣ ਨੇ, 5 ਦੇ 5 ਵੀ ਚੱਲਦੇ ਨੇ ਮਾਸ਼ਾਅੱਲਾ। माशाल्लाह। ਔਰ ਇਹ ਲੁੱਡਨ ਦੀ ਝੋਟੀ ਹੈ, ਇੱਕ ਹੱਡੀ ਦੀ ਹੈ, ਬਹੁਤ ਅੱਛੀ ਝੋਟੀ ਹੈ। ਔਰ ਜਿਹੜੀ ਨਾਲ ਵਾਲੀ ਬੋਲੀ ਝੋਟੀ ਹੈ ਉਹ ਵੀ ਪਹਿਲੇ ਸੂਏ ਦੇ ਬਹੁਤ ਅੱਛੀ ਝੋਟੀ ਹੈ। ਜੀ ਭਾਈਜਾਨ ਤੁਸੀਂ ਆਪਣਾ ਨੰਬਰ ਕੋਈ ਦੱਸ ਦਿਓ। ਨੰਬਰ ਦੇ ਦਿਓ ਮਾਸ਼ਾਅੱਲਾ, ਤੁਸੀਂ ਕਾਫੀ ਅੱਛੀਆਂ ਤੇ ਕੀਮਤੀ ਗੱਲਾਂ ਦੱਸੀਆਂ। ਜੀ ਨੰਬਰ ਜਿਹੜਾ ਹੈ ਨਾ 0349 1893 714। ਬਹੁਤ ਸ਼ੁਕਰੀਆ ਜਨਾਬ, ਅੱਲਾਹ ਹਾਫਿਜ਼। ਜਾਨਵਰ ਰੱਖੇ ਨੇ ਜ਼ਾਇਆ ਵੀ ਹੁੰਦੇ ਨੇ, ਉਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ। ਉਹਨਾਂ ਦੇ ਪੈਸੇ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਬਰਕਤ ਵੀ ਜਿਹੜੀ ਹੈ ਉਹ ਨਹੀਂ, ਉਹਨਾਂ ਨੂੰ ਜਿਸ ਤਰ੍ਹਾਂ ਕਿ ਖੁਦ ਸਾਡੇ ਨਾਲ ਸ਼ੇਅਰ ਕਰਦੇ ਨੇ। ਬਹੁਤ ਜ਼ਿਆਦਾ ਦਫਾ ਮੇਰੇ ਵੱਡੇ ਭਾਈ ਨੂੰ ਪੁੱਛਦੇ ਨੇ ਕਿ ਤੁਸੀਂ ਇਹਨਾਂ ਨੂੰ ਕੀ ਖਿਲਾਉਂਦੇ ਹੋ ਜਾਂ ਕੀ ਦਿੰਦੇ ਹੋ, ਕੀ ਨੁਕਸਾ ਲਾਉਂਦੇ ਹੋ। ਤੇ ਮੇਰੇ ਭਾਈ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਮਿਲਾਵਟ ਦਾ ਨੁਕਸਾਨ ਨਹੀਂ ਲਾਉਂਦੇ ਹੈ ਤੇ ਖਾਲਸ ਜਿਹੜਾ ਵੇ ਨਾ ਉਹ ਕੰਮ ਅਸੀਂ ਇਹਨਾਂ ਦਾ ਦੁੱਧ ਜਿਹੜਾ ਵੇ ਉਹ ਦਿੰਦੇ ਆ। ਔਰ ਜੋ ਕਿਸੇ ਨਾਲ ਕਰਨੇ ਆ ਰੇਟ ਤੈਅ ਕਰਕੇ ਉਹ ਲੈ ਲੈਂਦੇ ਆ। ਕੰਮ ਇਹ ਜ਼ਿਆਦਾ ਹੀ ਹੈ ਜੋ ਵੀ ਹੈ, ਕੰਮ 'ਚ ਬਰਕਤ ਹੁੰਦੀ ਹੈ। ਜਿਹੜੇ ਕੋ ਪੂਰੇ ਦਿੰਦਾ ਵੇ ਉਹ ਸਾਡਾ ਹੱਕ ਸਾਨੂੰ ਦੇ ਦਿੰਦਾ ਹੈ। ਮਗਰ ਇਹ ਵੇ ਕਿ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ ਔਰ ਅਸੀਂ ਇਹ ਕੁਝ ਵੀ ਲੋਕਾਂ ਤੋਂ ਅਜੀਬ ਨਹੀਂ ਕਰਦੇ। ਠੀਕ ਹੈ। ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਸੰਭਾਲ ਅੱਛੀ ਤਰ੍ਹਾਂ ਕਰਨੇ ਆ ਦਿਲ ਤੋਂ ਔਰ ਇਹ ਜਾਨਵਰ ਸਾਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੇ। ਵਾਹ ਜ਼ਿੰਦਾਬਾਦ। ਦੋ ਹੋ ਗਏ